ਕੰਨ ਫੜ ਤੈਨੂੰ ਸਮਝ ਐਵੇਂ ਨਹੀਂ ਆਉਣੀ ਤੈਨੂੰ ਉਦਾਂ ਤਾਂ ਮੈਂ ਦੱਸਣ ਡਿਆ ਕਿ ਸੈਦਿਆ ਮੁੜ ਜਾ ਕੰਨਾਂ ਦਾ ਹੱਥ ਲਾ ਕੰਨਾਂ ਦਾ ਹੱਥ ਲਾ ਥੱਲੇ ਲਾ ਇਹ ਤੇਰੇ ਨਾਲ ਲਾ ਇਹਨੂੰ ਛੱਡ ਤੂੰ ਫਿਰ ਬੰਦਾ ਯਾਰ ਮੈਂ ਨਹੀਂ ਭਜਾਇਆ ਬੰਦਾ ਤੂੰ ਭਜਾਇਆ ਮੈਂ ਬਿਸਮਿਲ੍ਲਾਹਿਰਰਹਿਮਾਨਿਰਰਹੀਮ अस्सलाम वालेकुम वीवर तुसीं देख डेली व्लॉग्स उम्मीद करने सारे भरा ठीक होणगे अल्हम्दुलिल्लाह अल्लाह पाक दा शुक्र असीं भी ठीक हां जी वीवर्स जिवें कल दा व्लॉग तुसीं वेखिआ अल्लाह पाक दा लख शुक्र है बड़ी खुशी है कि सानू अदील मिल चुकिआ है लेकिन खुशी दे नाल गम भी ये वे कि साडा हजे तक बंदा सानू नहीं मिलिआ असीं इत्थे ही जलील हो रहे हां यकीन मान जो कल दा मैं इन्ना क यानी कि अदील दी तो मैं रिपोर्ट नहीं लिखाई थाने दे विच क्योंकि मैनू पता सी फलाने बंदे दे कोल लेकिन मोहसन दी असीं रिपोर्ट भी करा चुके हैं कि मोहसन साडा एवें फलां बंदा गुमशुदा और सानू हजे तक कोई बायोडाटा नहीं मिलिआ उस तो बाद असीं जिवें असीं उह नाश्ता मतलब खाना खादा खाना खाण तो बाद असीं निकल आए अपनी उस जगह ते जिथे साडा समान पिया सी जिवें कि असीं वादा कीता सी बंदे दे नाल कि तैनूं समान असीं पूरा देना मतलब जिहड़ा वादा सी उहने अद्धा देना उस तो बाद निकलण तो बाद असीं उत्थे अपनी जगह ते आ गए हाँ ਉਹ ਬੰਦੇ ਨੇ ਆਖਿਆ ਕਿ ਮੈਂ ਅੱਜ ਰਾਤ ਹੋ ਗਈ ਮੈਨੂੰ ਇੱਥੇ ਮੈਂ ਕੱਲ ਜਿਹੜਾ ਨਾ ਸਵੇਰ ਨਿਕਲ ਜਾਵਾਂਗਾ ਲਿਹਾਜ਼ਾ ਤੁਸੀਂ ਮੈਨੂੰ ਮਤਲਬ ਇੱਥੇ ਰਹਿਣ ਦੀ ਜਗ੍ਹਾ ਦਿਓ ਅਸੀਂ ਮਤਲਬ ਸੌਂ ਗਏ ਆ ਇਸ ਤਰ੍ਹਾਂ ਹੀ ਸਮਝ ਲਓ ਜਿਵੇਂ ਅਸੀਂ ਸਮਝਿਆ ਜੀ ਯਾਨੀ ਕਿ ਬੰਦੇ ਨੇ ਸਾਡੇ ਤੇ ਬੜਾ ਅਹਿਸਾਨ ਕੀਤਾ ਬੜੀ ਵੱਡੀ ਉਹਨੇ ਯਾਨੀ ਕਿ ਅਹਿਸਾਨ ਕੀਤਾ ਸਾਡੇ ਤੇ ਅਦੀਲ ਨੂੰ ਲੈ ਕੇ ਆਇਆ ਉਹ ਬੰਦਾ ਸਾਡਾ 2 ਨੰਬਰੀ ਨਹੀਂ ਕਰੇਗਾ ਉਵੇਂ ਜਿਵੇਂ ਸਾਡੇ ਬੈਗ ਦੇ ਸਿਰਹਾਣੇ ਨਾਲ ਪਿਆ ਸੀ ਸਮਾਨ ਉਹਨਾਂ ਕੋਲ ਅਸੀਂ ਲੈ ਕੇ ਉਹਨੂੰ ਅੱਧਾ ਦਿੱਤਾ ਅੱਧਾ ਅਸੀਂ ਉਵੇਂ ਹੀ ਆਪਣੇ ਬੈਗ ਥੱਲੇ ਰੱਖਿਆ ਅਸੀਂ ਸੌਂ ਗਏ ਹਾਂ ਸਾਰੇ ਦਿਨ ਦੀ ਥਕਾਵਟ ਸੀ ਤੁਹਾਨੂੰ ਪਤਾ ਸੁੱਤੇ ਬੰਦੇ ਮਰੇ ਬੰਦੇ ਦੇ ਬਰਾਬਰ ਹੁੰਦਾ ਸਾਨੂੰ ਸਮਝ ਨਹੀਂ ਆਈ ਸਵੇਰ ਜਦੋਂ ਉੱਠ ਕੇ ਵੇਖਿਆ ਉਦੋਂ ਇਹ ਬੰਦਾ ਸ਼ਹੀਦ ਮੈਂ ਤੇ ਦੀਲ ਉੱਥੇ ਕਮਰੇ ਦੇ ਵਿੱਚ ਹੈ ਉਹ ਜਿਹੜਾ ਬੰਦਾ ਉੱਥੇ ਕਮਰੇ 'ਚ ਨਹੀਂ ਹੈ ਹੁਣ ਅੱਲਾ ਦੀ ਜ਼ਾਤ ਬਿਹਤਰ ਜਾਣਦੀ ਇਹ ਬੰਦਾ ਆਂਦਾ ਉਹ ਬੰਦਾ ਸਮਾਨ ਨਹੀਂ ਲੈ ਗਿਆ ਤੇ ਲੇਕਿਨ ਮੈਨੂੰ ਜਿੱਦ ਤੱਕ ਜ਼ੇਨ ਇਹ ਕੰਮ ਕਰਦਾ ਕਿ ਜਿਹੜਾ ਬੰਦਾ ਹੁੰਦਾ ਨਾ ਲਾਲਚ ਜਾਂ ਜਿਹੜੇ ਬੰਦੇ 'ਚ ਦਿਲ ਦੇ ਵਿੱਚ ਚੋਰੀ ਹੁੰਦੀ ਉਹ ਕਦੇ ਵੀ ਇਹ ਜ਼ੇਨ ਨਹੀਂ ਸੋਚਦਾ ਕਿ ਯਾਰ ਮੈਂ ਅੱਧਾ ਲੈ ਕੇ ਜਾਣਾ ਉਹਦੇ ਵਾਸਤੇ ਪੂਰਾ ਮਤਲਬ ਲੈਣਾ ਹੀ ਗੱਲ ਹੈ ਹੁਣ ਅਸੀਂ ਮਤਲਬ ਦੋਵਾਂ ਨੇ ਇਹੀ ਮਸ਼ਵਰਾ ਕੀਤਾ ਕਿਉਂਕਿ ਇਹ ਬੰਦਾ ਉਹ ਨੱਠਣਾ ਸਕਦਾ ਭੱਜ ਸਕਦਾ ਇਹ ਬੰਦਾ ਨਹੀਂ ਨੱਠ ਸਕਦਾ ਇਸ ਬੰਦੇ ਨੇ ਦੜਾਇਆ ਮੈਂ ਵੀ ਗੈਸ ਇਹੀ ਕਰ ਰਿਹਾ ਔਰ ਅਦੀਲ ਵੀ ਗੈਸ ਇਹੀ ਕਰ ਰਿਹਾ ਕਿ ਇਸ ਬੰਦੇ ਨੂੰ ਉਹਨੂੰ ਭਜਾਇਆ ਸਵੇਰ ਦੇ ਅਸੀਂ ਪੁੱਛਣ ਡਏ ਆ ਫਿਰ ਵੀ ਤੁਹਾਡੇ ਸਾਹਮਣੇ ਵੇਖਦਾ ਪੁੱਛ ਲੈਂਦਾ ਯਾਰ ਮੇਰੀ ਗੱਲ ਸੁਣ ਸ਼ਹੀਦ ਕੱਲ ਦੀ ਵੀਡੀਓ ਵਿੱਚ ਤੂੰ ਕਹਿਣ ਡਿਆ ਕਿ ਭਾਈ ਮੈਂ ਨਾਲ ਤੇਰੇ ਜਾਵਾਂਗਾ ਆਪਾਂ ਦੋਵੇਂ ਇਕੱਠੇ ਕਰਾਂਗੇ ਜਿਹੜੀ ਸਿੱਧੀ ਗੱਲ ਹੈ ਨਾ ਤੂੰ ਮੈਨੂੰ ਦੱਸ ਦੇ ਹੁਣ ਯਕੀਨ ਮੰਨ ਜਾ ਕਿਉਂ ਅੱਗੇ ਮੈਨੂੰ ਟੈਨਸ਼ਨ ਇਹ ਸੀ ਕਿ ਅਦੀਲ ਉਹਨਾਂ ਦੇ ਕੋਲ ਹੈ ਉਹਨਾਂ ਦਾ ਸਾਡਾ ਬੰਦਾ ਉਹਨਾਂ ਦੇ ਕੋਲ ਹੈ ਅਗਰ ਤੈਨੂੰ ਮੈਂ ਕੁਛ ਕਰਾਂਗਾ ਉਹ ਵੀਡੀਓ ਵੇਖ ਕੇ ਤੇ ਜ਼ਿਆਦਾ ਟੈਨਸ਼ਨ ਮਤਲਬ ਉਹਨੂੰ ਦੇਣਗੇ ਹੁਣ ਤੈਨੂੰ ਮੈਂ ਦੱਸਦਾ ਕਿ ਮੋਹਸਨ ਤੈਨੂੰ ਕੁੱਟਦਾ ਸੀ ਤੇ ਅੱਜ ਤੂੰ ਕੁੱਟ ਖਾਣੀ ਮੇਰੇ ਕੋਲੋਂ ਸਿੱਧੀ ਗੱਲ ਦੱਸ ਦੇ ਕਿ ਉਹ ਬੰਦਾ ਤੂੰ ਭਜਾਇਆ ਜਾਂ ਨਹੀਂ ਭਜਾਇਆ ਜਿਹੜੀ ਗੱਲ ਹੈ ਕਿ ਅੱਜ ਰਹਿਮ ਵਾਲੀ ਗੱਲ ਕੋਈ ਨਹੀਂ ਹੋਣੀ ਅੱਜ ਤੇਰੀ ਉਹ ਛਤਰੋਲ ਹੋਣੀ ਹੈ ਜਿਹੜੀ ਹੋਣ ਦੇ ਹੱਕ ਹੁੰਦਾ ਭਾਈਜਾਨ ਤੁਸੀਂ ਤੁਹਾਡੇ ਸਾਹਮਣੇ ਮੈਂ ਕੀ ਕੱਲ ਗੱਲ ਕੀਤੀ ਸੀ ਤੁਹਾਨੂੰ ਇਹੋ ਕਿਹਾ ਸੀ ਉਹ ਬੰਦੇ ਨੇ ਕਿਹਾ ਸੀ ਮੈਨੂੰ ਕੀ ਗੱਲ ਕੀਤੀ ਤੂੰ ਕਿਹਾ ਸੀ ਮੈਂ ਉਹਦੇ ਨਾਲ ਜਾਣਾ ਗੱਲ ਤਾਂ ਸੁਣੋ ਤੁਸੀਂ ਭਾਈਜਾਨ ਉਹਨੇ ਆਖਿਆ ਤੂੰ ਮੇਰੇ ਨਾਲ ਚੱਲੀ ਠੀਕ ਹੈ ਰਾਤ ਤੁਹਾਡੇ ਕੋਲ ਅਸੀਂ ਰਹੇ ਆਏ ਤੁਸੀਂ ਵੀ ਸੁੱਤੇ ਜੇ ਠੀਕ ਹੈ ਮੈਂ ਵੀ ਸੁੱਤਾ ਬੰਦਾ ਮੋਇਆ ਜੱਕ ਬਰਾਬਰ ਨਾ ਮੇਰੀ ਅੱਖ ਖੁੱਲੀ ਨਾ ਮੈਨੂੰ ਉਹਨੇ ਇੱਕ ਖਬਰ ਹੀ ਨਹੀਂ ਦੱਸੀ ਆ ਵੀ ਕੋਈ ਗੱਲ ਕੀਤੀ ਹੋਵੇ ਆ ਵੀ ਉਹ ਕੇਸਲ ਉਠੀ ਜਾ ਕੇਸਲ ਸਮਾਨ ਤੁਹਾਡਾ ਚਾਇਆ ਇਹ ਅੱਲਾ ਦੀ ਅੱਲਾ ਜੜ ਮੈਨੂੰ ਕੋਈ ਪਤਾ ਨਾ ਇਹ ਸਿਰ ਝੂਠ ਬੋਲਦਾ ਪਿਆ ਮੈਨੂੰ ਸਾਰੀ ਗੱਲ ਦਾ ਪਤਾ ਵਾ ਠੀਕ ਆ ਇਹ ਉਹ ਬੰਦੇ ਨੂੰ ਭਿਉਣ ਵਾਲਾ ਬੰਦਾ ਵਾ ਅੱਛਾ ਵੇ ਤੇਰਾ ਮਾਸੂਮ ਕਿੰਨਾ ਬਣ ਜਾਂਦਾ ਮੈਂ ਤੇਰੀ ਐਕਟਿੰਗ ਤੋਂ ਸਦਕੇ ਤੇਰੇ ਤੋਂ ਜਾਵਾਂ ਮਿੰਟ ਤੋਂ ਪਹਿਲੇ ਤੂੰ ਹੱਸਣ ਲੱਗ ਪੈਣਾ ਮਿੰਟ ਤੋਂ ਪਹਿਲੇ ਤੂੰ ਮਾਸੂਮ ਬਣ ਜਾਂਦਾ ਯਾਰ ਭਾਈਜਾਨ ਮੈਂ ਤੁਹਾਡੇ ਰਾਤ ਨੂੰ ਸੁੱਤਾ ਨਾਲ ਹੀ ਮੇਰੇ ਨਾਲ ਤੂੰ ਨਹੀਂ ਸੁੱਤਾ ਅਲੱਗ ਮੰਜੀ ਤੇ ਯਾਰ ਮੰਜੀ ਤੇ ਸੁੱਤੇ ਆ ਹਾਂ ਠੀਕ ਹੈ ਤੁਸੀਂ ਵੀ ਸੁੱਤੇ ਤੇ ਮੈਂ ਹੀ ਸੁੱਤਾ ਬੰਦਾ ਜੱਕ ਬਰਾਬਰ ਨਹੀਂ ਦੱਸਣਾ ਇਦਾਂ ਹੀ ਦੱਸਣਾ ਇਦਾਂ ਹੀ ਦੱਸਣਾ ਇਹਨੇ ਇਦਾਂ ਹੀ ਦੱਸਣਾ ਦੱਸ ਦੀ ਗੱਲ ਦੱਸ ਯਾਰ ਮੈਨੂੰ ਨਹੀਂ ਪਤਾ ਯਾਰ ਕੀ ਕਰਾਂ ਮੈਂ ਉਹ ਸੋਨਾ ਹੀ ਵਾਜ ਤੋਂ ਉਹ ਗੋਲ ਸੋਨੇ ਇੰਨੀਆਂ ਸਦਾਵਾਂ ਭੋ ਗਿਆ ਬਾਅਦ ਔਰ ਇਹ ਭੈਣ ਚੋ ਸਿਰ 'ਚ ਸੱਟ ਲੱਗੀ ਔਰ ਇਹ ਫਿਰ ਬੰਦਾ ਪਿਆ ਤੂੰ ਫਿਰ ਬੰਦਾ ਪਿਆ ਯਾਰ ਮੈਂ ਨਹੀਂ ਭਜਾਇਆ ਬੰਦਾ ਤੂੰ ਪਿਆ ਮੈਂ ਭਜਾਇਆ ਹੁੰਦਾ ਤੇ ਮੈਂ ਆਪਣਾ ਨਾਲ ਭੱਜ ਜਾਂਦਾ ਯਾਰ ਮੇਰੀ ਗੱਲ ਸੁਣ ਬੰਦੇ ਦਾ ਪੁੱਤਰ ਬਣ ਕੇ ਦੱਸ ਤੇ ਮੈਨੂੰ ਦੱਸ ਤੇ ਸਿੱਧੀ ਜਿਹੜੀ ਗੱਲ ਤੇਰੀ ਹੈ ਵੇ ਇਹ ਸਿੱਧੀ ਗੱਲ ਦੱਸ ਦੇ ਦੱਸਣਾ ਮੋਸਾ ਨਹੀਂ ਹੋਇਆ ਤੈਨੂੰ ਅੱਜ ਜਿਹੜੇ ਮੈਂ ਫੈਨ ਚਾੜਨਾ ਨਾ ਤੇ ਤੇਰੀ ਪੂਰੀ 4 ਨਸਲਾਂ ਯਾਦ ਕਰਾਂਗੇ ਵੀ ਤੇਨਾ ਬਣਿਆ ਤੇ ਬਣਿਆ ਕੀ ਇਹਨੂੰ ਮਾਰ ਤੂੰ ਖਲੋ ਯਾਰ ਖਲੋ ਦੱਸਣਾ ਇਹਨੂੰ ਮਾਰ ਦੋ ਯਾਰ ਇਧਰ ਕੇ ਦੱਸ ਦੇ ਮੇਰੀ ਗੱਲ ਸੁਣ ਹੁਣ ਮੈਂ ਸਾਈਡ ਤੇ ਬਿਠਾ ਦਵਾਂ ਤੂੰ ਕੋਈ ਗੱਲ ਨਹੀਂ ਕਰਨੀ ਸਿੱਧੀ ਜਿਹੜੀ ਗੱਲ ਹੈ ਦੱਸ ਦੇ ਨਹੀਂ ਤੇ ਆ ਛਿੱਤਰ ਵੇਖ ਲੈ ਅੱਛਾ ਭਾਈ ਮੈਂ ਇੱਕ ਮਿੰਟ ਦੱਸਣਾ ਵਾ ਗੱਲ ਸਬਰ ਕਰ ਜੀ ਤੁਸੀਂ ਮੇਰੇ ਤੇ ਪ੍ਰੈਸ਼ਰ ਪਾ ਰਹੇ ਜੇ ਦਬਕ ਪਾ ਰਹੇ ਜੇ ਮੈਂ ਤੁਹਾਨੂੰ ਗੱਲ ਥੋੜੀ ਜੀ ਜਿਤਨੀ ਹੈ ਮੈਂ ਉਤਨੀ ਦੱਸਣਾ ਵਾ ਉਹਨੇ ਮੈਨੂੰ ਰਾਤੀ ਹਿਲਾਇਆ ਸੀ ਉਠਾਇਆ ਸੀ ਠੀਕ ਹੈ ਉਹਨੇ ਆਖਿਆ ਯਾਰ ਉੱਠੀ
ਮੈਂ ਉਠੀ ਜਾਵਾਂ ਥੋੜਾ ਚੁੱਪ ਕਰਕੇ, ਉਹਨੇ ਬੈਗ ਚੁੱਕਿਆ ਵਾ, ਚੁੱਕ ਕੇ ਤੇ ਟੁਰਿਆ ਵਾ। ਉਹ ਕੱਦ ਟੱਪਿਆ, ਉਹਨੇ ਆਖਿਆ ਬੈਗ ਮੈਨੂੰ ਪਕੜਾ, ਤੂੰ ਵੀ ਕੱਦ ਟੱਪ। ਮੈਨੂੰ ਠੁੱਡਾ ਲੱਗਾ, ਮੈਂ ਡਿੱਗ ਪਿਆ। ਤੁਸੀਂ ਪਿੱਛੋਂ ਕੋਈ ਹਿਲਿਆ ਜੁਲਿਆ ਜਾਂ ਜਿਵੇਂ ਹੀ ਉਹ ਬੈਗ ਦਸਤੀ ਚਾ ਕੇ ਨਿਕਲ ਗਿਆ, ਮੇਰੇ ਕੋਲ ਭੱਜਿਆ ਨਹੀਂ ਗਿਆ। ਉਹਨੇ ਤੈਨੂੰ ਨਾ ਕੋਈ ਸਾਨੂੰ ਰਾਤ ਦੱਸ ਉਸ ਟਾਈਮ ਦੱਸਦਾ ਤੂੰ ਫਿਰ ਗੱਲ ਉਹ ਮੁਨਾਫਕਤ ਵਾਲੀ ਗੱਲ ਆ ਗਈ ਨਾ, ਢਿੱਡੋਂ ਕੋੜਾ ਹੀ ਹੋਇਆ ਨਾ ਤੂੰ ਫਿਰ। ਯਾਰ ਮੈਂ ਕੋੜਾ ਕੋਈ ਨਹੀਂ ਹੋਇਆ। ਹਾਂ ਕੀ ਹੋਇਆ ਫਿਰ ਤੂੰ? ਯਾਰ ਉਸ ਦੇ ਬਗੈਰ ਦੇ ਬੱਚੇ ਨੇ, ਮੈਂ ਤੇ ਉਹਨੂੰ ਤਾਂ ਆਖਿਆ, ਮੈਂ ਕਿਹਾ ਯਾਰ ਮੈਨੂੰ ਸੁੱਤਾ ਰਹਿ। ਉਹਨੇ ਆਖਿਆ ਨਹੀਂ ਨਹੀਂ ਤੂੰ ਮੇਰੇ ਨਾਲ ਟੁਰ। ਮੈਨੂੰ ਕੀ ਪਤਾ ਸੀ ਉਹਨੇ ਮੇਰੇ ਨਾਲ ਇੱਕ ਕੰਮ ਕਰਨਾ ਸੀ। ਜਦੋਂ ਤੂੰ ਟੁਰਨ ਲੱਗਾ, ਜਦੋਂ ਤੈਨੂੰ ਆਵਾਜ਼ ਮਾਰੀ ਉਹਨੇ, ਤੇ ਤੂੰ ਅਗਰ ਹੁੰਦਾ ਤੇਰੇ ਦਿਲ ਵਿੱਚ ਸਾਡੇ ਵਾਸਤੇ ਕੋਈ ਗੱਲ ਹੁੰਦੀ, ਉਹ ਸਾਡੇ ਵੀਵਰ ਤੇ ਉਦੋਂ ਦੇ ਕਹਿਣ ਦੇ ਨੇ ਕਿ ਇਹ ਬੰਦਾ 2 ਨੰਬਰ ਹੈ, ਇਹਨੂੰ ਕੁੱਟੋ, ਇਹਨੂੰ ਪੁਲਿਸ ਦੇ ਹਵਾਲੇ ਕਰੋ। ਅਸੀਂ ਫਿਰ ਵੀ ਖੁਦਾ ਤਰਸੀ ਕਰਕੇ ਤੇ ਨਾਲ ਹੀ ਫਿਰਨੇ ਆ। ਕੋਈ ਕੈਸਾ ਖਬੀਸ ਇਨਸਾਨ ਹੈ। ਅਗਰ ਤੇਰੇ ਦਿਲ ਦੇ ਵਿੱਚ ਥੋੜੀ ਜਿਹੀ ਹਮਦਰਦੀ ਸਾਡੇ ਵਾਸਤੇ ਹੁੰਦੀ, ਜਦੋਂ ਤੈਨੂੰ ਉਹਨੇ ਉਠਾਇਆ, ਤੁਸੀਂ ਟੁਰਨ ਲੱਗੇ ਹੋ, ਤੂੰ ਥੋੜਾ ਜਿਹਾ ਹੰਗੂਰਾ ਮਾਰਦੇ ਜਾਂ ਕਿਸੇ ਨੂੰ ਰੌਲਾ ਪਾ ਦੇ ਉੱਥੇ, ਉਦੋਂ ਤੂੰ ਰੌਲਾ ਕਿਉਂ ਨਹੀਂ ਪਾਇਆ? ਯਾਰ ਰੌਲਾ ਕਿਉਂ ਨਹੀਂ ਪਾਇਆ? ਯਾਰ ਮੈਂ ਡਿੱਗ ਪਿਆ ਸੀ। ਤਾਂ ਮੈਨੂੰ ਥੋੜੀ ਜਿਹੀ ਉਹਦੀ ਲੋਕੇਸ਼ਨ ਦਾ ਪਤਾ ਚੱਲਿਆ, ਉਹ ਗਿਆ ਵਾ ਲਾਹੌਰ। ਉਹ ਕਿਵੇਂ ਲਾਹੌਰ ਤੁਰ ਗਿਆ? ਤੇਰੇ ਨਾਲ ਕੀ ਸਲਾਹਾਂ ਪੈਂਦਾ ਰਿਹਾ? ਉਹ ਮੇਰੇ ਨਾਲ ਜਾਣ ਲੱਗੇ, ਥੋੜੀ ਜਿਹੀ ਸਲਾਹ ਕਰਕੇ ਗਿਆ। ਕੀ ਕਹਿੰਦਾ ਸੀ? ਕਹਿੰਦਾ ਮੈਂ ਲਾਹੌਰ ਚੱਲਿਆ ਉੱਥੇ ਦੋਸਤ ਦੇ ਕੋਲ, ਅੱਛਾ ਤੇ ਤੂੰ 2-4 ਦਿਨਾਂ ਤੋਂ ਬਾਅਦ ਤੂੰ ਉੱਥੇ ਆ ਜੀ, ਜਿਵੇਂ ਹੀ ਕਰਕੇ ਇਹਨਾਂ ਨੂੰ। ਮੇਰੀ ਗੱਲ ਸੁਣ, ਆਪਸ ਦੇ ਜਮਾਨੀ ਕਰਾਣੀ ਗੱਲ ਦੱਸ। ਜਦੋਂ ਤੈਨੂੰ ਬੰਦੇ ਨੇ ਕਿਹਾ, ਤੇਰੇ ਨਾਲ ਸਲਾਹ ਕਰ ਰਿਹਾ ਕਿ ਯਾਰ ਐਵੇਂ ਐਵੇਂ ਆਪਾਂ ਜਾਣਾ ਹੈ, ਜਦੋਂ ਤੂੰ ਉੱਠਣ ਲੱਗਾ, ਅਗਰ ਤੇਰੇ ਦਿਲ ਸਾਡੇ ਵਾਸਤੇ ਤੂੰ ਮਤਲਬ ਲਾਲਚ ਕਰਕੇ ਉੱਠਿਆ ਨਾ? ਮੈਂ ਕੀ ਕਰਕੇ ਉੱਠਿਆ? ਮੈਂ ਕਾਹਦੇ ਵਾਸਤੇ ਉੱਠਿਆ? ਯਾਰ ਮੈਂ ਉੱਠਿਆ, ਉਹਨੇ ਮੈਨੂੰ ਉਠਾਇਆ ਵਾ। ਉਹਨੇ ਲਾਲਚ ਕਰਕੇ ਉੱਠਿਆ? ਯਾਰ ਲਾਲਚ ਕਰਕੇ ਉੱਠਿਆ ਹੁੰਦਾ ਤੇ ਮੈਂ ਚੁੱਪ ਕਰਕੇ ਨਿਕਲ ਜਾਂਦਾ। ਅੱਛਾ ਲਾਲਚ ਕਰਕੇ ਉੱਠਿਆ ਤੇ ਤੂੰ ਉੱਠਿਆ ਨਾ? ਯਾਰ ਲਾਹੌਰ ਉਹਨੇ ਆਖਿਆ ਲਾਹੌਰ ਤੁਸੀਂ ਆ ਜਾਓਗੇ, ਮੈਂ ਕਿਸੇ ਦੋਸਤ ਦੇ ਘਰ ਆ। ਠੀਕ ਹੈ, ਮੈਂ ਲਾਹੌਰ ਗਿਆ ਸੀ ਇੱਕ ਵਾਰੀ ਉਹਦੇ ਕਿਸੇ ਦੇ ਨਾਲ, ਉਹ ਉੱਥੇ ਉਹਦਾ ਟਿਕਾਣਾ ਹੈ। ਟਿਕਾਣਾ ਵੇਖਿਆ ਤੂੰ? ਹਾਂ ਟਿਕਾਣਾ ਵੇਖਿਆ ਆ। ਲਾਹੌਰ ਨੂੰ ਤਾਂ ਤੂੰ ਛੱਡ, ਮੇਰੀ ਜਿਹੜੀ ਗੱਲ ਇੱਥੇ ਹੱਥ ਕਿਉਂ ਮਾਰਨ ਲੱਗ ਪਏ? ਤੈਨੂੰ ਮਾਰ ਦੇ ਓ ਯਾਰ ਮੇਰੀ ਤੈਨੂੰ ਗੱਲ ਸਿਰਫ ਇੰਨੀ ਕਿ ਜਿਸ ਟਾਈਮ ਤੈਨੂੰ ਬੰਦੇ ਨੇ ਉਠਾਇਆ, ਹੁਣ ਤੂੰ ਕਹਿ ਰਿਹਾ ਨਾ ਕਿ ਮੈਂ ਲਾਲਚ ਵਾਸਤੇ ਨਹੀਂ ਉੱਠਿਆ, ਮੈਂ ਫਲਾਣ ਵਾਸਤੇ ਨਹੀਂ ਉੱਠਿਆ। ਜਦੋਂ ਤੈਨੂੰ ਬੰਦੇ ਨੇ ਉਠਾਇਆ, ਤੂੰ ਸਾਨੂੰ ਉਠਾ ਸਕਣਾ। ਤੂੰ ਅਗਰ ਤੇਰੇ ਦਿਲ 'ਚ ਸਾਡੇ ਵਾਸਤੇ ਹਮਦਰਦੀ ਹੋਏ, ਤੈਨੂੰ ਪਤਾ ਹੋਏ ਸਾਡੇ ਨਾਲ ਟੁਰਿਆ ਫਿਰਿਆ, ਬੈਗ ਖਾਦਾ, ਤੂੰ ਉੱਥੇ ਰੌਲਾ ਪਾ ਦੇ, ਕਹਦੇ ਭਾਈ ਮੈਂ ਨਹੀਂ ਜਾਣਾ, ਮੈਂ ਇਹਨਾਂ ਨਾਲ 2 ਨੰਬਰ ਨਹੀਂ ਕਰ ਸਕਦਾ। ਕੀ ਪਤਾ ਸੀ ਤੇਰੇ ਵਾਸਤੇ ਇਹੀ ਸੋਚਿਆ ਕਿ ਜਿਹੜਾ ਬਾਕੀ ਸਮਾਨ ਉਹ ਤੈਨੂੰ ਦੇਣਾ? ਤੈਨੂੰ ਇਹ ਪਤਾ ਸੀ ਕੀ ਸੋਚਿਆ ਸੀ ਤੇਰੇ ਵਾਸਤੇ, ਕੀ ਨਹੀਂ ਸੋਚਿਆ? ਯਾਰ ਮੇਰੇ ਭਾਈ ਦੀ ਸਮੀ ਭਾਈ ਮੈਂ ਕੀ ਯਾਰ ਮੇਰੇ ਜ਼ਿਹਨ 'ਚ ਕੋਈ ਨਹੀਂ ਨਾ ਤੇਰੇ। ਮੈਂ ਨਾ ਤੂੰ ਛੱਡ ਦੇ ਇਹਨੂੰ, ਕਮੀਜ਼ ਲਾ ਤੇਰੀ, ਐਵੇਂ ਮੈਂ ਤੈਨੂੰ ਦੱਸਣਾ ਵਾ ਅੱਜ ਤੈਨੂੰ ਨਾ ਬਣਦਾ ਤੇ ਨਾ ਕੀ ਹੈ ਤੇਰੇ ਨਾਲ। ਲਾ ਇਹਨੂੰ ਛੱਡ ਇਹਨੂੰ, ਇੱਥੇ ਸੁੱਟ ਇਹਨੂੰ। ਯਾਰ ਤਾਂ ਉੱਠ ਐਵੇਂ ਨਹੀਂ ਤੈਨੂੰ ਸਮਝ ਆਉਣੀ ਹੈ। ਤਾਂ ਉੱਠ ਨਾ। ਮੇਰੀ ਗੱਲ ਸੁਣ, ਤੇਰੇ ਵਾਸਤੇ ਇੰਨੀ ਸਜ਼ਾ ਬੜੀ ਹੈ ਕਿ ਪੂਰੇ ਮਹਿਕਮੇ ਦੇ ਸਾਹਮਣੇ ਛੱਡ ਦੇ। ਮੇਰੀ ਗੱਲ ਸੁਣ, ਮੈਨੂੰ ਗੁੱਸਾ ਚੜਾ, ਮੈਂ 3 ਮਹੀਨੇ ਖਰਾਬ ਹੋ ਗਏ ਪਿੱਛੇ ਕਰਕੇ। ਯਾਰ ਉਹ ਕੋਈ ਮਸਲਾ ਕੋਈ ਨਹੀਂ। ਮੇਰੀ ਆ ਦੇਖ, ਆ ਇਹਦੀ ਬਾਡੀ ਚ ਆ ਗਈ 6 ਪੈਕ ਬਣੇ ਇਹਦੇ ਵਿੱਚ ਨਾ ਹੋਗਾ। ਮੇਰੀ ਗੱਲ ਸੁਣ, ਇਹ ਗੱਲ ਨੂੰ ਤੂੰ ਮੰਨਣਾ? ਤੂੰ ਸਿਰਫ ਇਹ ਨਹੀਂ ਗੱਲ ਮੰਨ ਜਾ ਕਿ ਮੈਂ ਲਾਲਚ ਕਰਕੇ ਉਹਨਾਂ ਨਾਲ ਟੁਰਿਆ ਵਾਂ, ਲਾਲਚ ਕਰਕੇ ਹਿੱਲਿਆ ਵਾਂ। ਅਗਰ ਤੇਰੇ ਦਿਲ 'ਚ ਲਾਲਚ ਨਹੀਂ ਸੀ ਆਇਆ ਤਾਂ ਤੂੰ ਕਿਉਂ ਗਿਆ? ਮੈਨੂੰ ਇਸ ਚੀਜ਼ ਦਾ ਜਵਾਬ ਦੇ, ਤੇ ਮੈਨੂੰ ਹੋਰ ਕਿਸੇ ਸ਼ਾਇਦ ਜਵਾਬ ਕੋਈ ਨਹੀਂ ਚਾਹੀਦਾ। ਇਹ ਮਾਰਨ ਕੁੱਟਣ ਦੇ ਨੇ ਤੈਨੂੰ, ਇਹਨਾਂ ਦਾ ਮਸਲਾ, ਲੇਕਿਨ ਮੈਨੂੰ ਸਿਰਫ ਇਸ ਚੀਜ਼ ਦਾ ਜਵਾਬ ਦੇ। ਤੂੰ ਉੱਠਿਆ, ਅਗਰ ਉੱਠਿਆ ਤੇ ਉੱਠ ਕੇ ਤੂੰ ਸਾਨੂੰ ਇਹ ਕਿਉਂ ਨਹੀਂ ਕਿਹਾ, ਰੌਲਾ ਕਿਉਂ ਨਹੀਂ ਪਾਇਆ? ਅਗਰ ਤੂੰ ਸਾਡੇ ਨਾਲ ਦਾ ਹੈ ਸਨ। ਯਾਰ ਸਮੀ ਭਾਈ ਮੇਰੇ ਦਿਲ 'ਚ ਲਾਲਚ ਹੁੰਦੀ, ਮੈਂ ਲਾਲਚ ਦੇ ਬਗੈਰ ਮੈਂ ਉੱਠਿਆ ਹੁੰਦਾ ਤੇ ਮੈਂ ਉੱਠੇ ਕਿ ਮੈਂ ਤੈਨੂੰ, ਮੇਰੇ ਜ਼ਿਹਨ 'ਚ ਨਹੀਂ ਆਈ ਤੈਨੂੰ ਉਠਾਣਾ, ਮੇਰਾ ਠੁੱਡਾ ਲੱਗਾ ਹੈ। ਅੱਛਾ ਤੈਨੂੰ ਜ਼ਿਹਨ 'ਚ ਕਿਵੇਂ ਨਹੀਂ ਆਈ ਕਿ ਅਸੀਂ ਮੈਂ ਤੈਨੂੰ ਕਹਿਣਾ, ਮੈਂ ਯਾਰ ਲਾਲਚ ਹੁੰਦਾ ਤੇ ਮੈਂ ਉਹਦੇ ਨਾਲ ਭੱਜ ਜਾਂਦਾ। ਤੇਰੇ ਕੋਲ ਭੱਜਿਆ ਨਹੀਂ ਕਿ ਤੂੰ? ਯਾਰ ਮੇਰੇ ਕੋਲ ਨਹੀਂ ਭੱਜਿਆ ਵੀ ਗਿਆ ਜੀ। ਮੇਰੀ ਗੱਲ ਸੁਣ, ਖਲੋ ਜਾ 1 ਮਿੰਟ, ਖਲੋ ਜਾ। ਤੂੰ ਆਪਣੀ ਜ਼ਬਾਨ ਦੇ ਨਾਲ ਕਹਿਣ ਡਿਆ ਕਿ ਮੈਂ ਭੱਜਿਆ ਨਹੀਂ ਗਿਆ, ਮੈਨੂੰ ਉੱਥੇ ਕਾਂ ਦੇ ਨਾਲ ਠੇਡਾ ਲੱਗਾ। ਠੇਡਾ ਲੱਗਾ, ਉਹਨੇ ਕੋਈ ਜਿਵੇਂ ਮੈਂ ਠੇਡਾ ਲੱਗਾ ਮੈਂ ਡਿੱਗਿਆ, ਉਹਨੇ ਆਖਿਆ ਪਿੱਛੋਂ ਬੰਦੇ। ਫਿਰ ਤੇਰੇ ਜ਼ਿਹਨ ਦੇ ਵਿੱਚ ਲਾਲਚ ਹੈ ਸੀ ਤੇ ਤੂੰ ਉੱਠਿਆ ਤੇ ਤੂੰ ਡਿੱਗਿਆ ਨਾ। ਅਗਰ ਲਾਲਚ ਹੁੰਦੀ ਤੇ ਤੂੰ ਸਾਨੂੰ ਉੱਥੇ ਉਠਾਉਂਦਾ ਨਾ, ਸਾਨੂੰ ਪਹਿਲੇ ਉੱਥੇ ਉਠਾਉਂਦਾ। ਉਦੋਂ ਉਠਾ ਕੇ ਤੂੰ ਬਾਹਰ ਤੱਕ ਗਿਆ, ਤੈਨੂੰ ਠੇਡਾ ਲੱਗਾ, ਉਸ ਤੋਂ ਬਾਅਦ ਵਾਪਸ ਆਇਆ। ਹੁਣ ਤੂੰ ਕਹਿਣ ਮੈਨੂੰ ਲਾਲਚ ਕੋਈ ਨਹੀਂ ਸੀ ਹੈ। ਯਾਰ ਜਿਵੇਂ ਤੂੰ ਮਰਜ਼ੀ। ਕੰਨ ਫੜ ਥੱਲੇ ਹੋ, ਕੰਨ ਫੜ ਥੱਲੇ ਹੋ, ਕੰਨ ਫੜ। ਤੈਨੂੰ ਸਮਝ ਐਵੇਂ ਨਹੀਂ ਆਉਣੀ ਹੈ। ਤੈਨੂੰ ਉਦਾਂ ਦਾ ਮੈਂ ਦੱਸਣ ਡਿਆ ਕਿ ਸੈਦਿਆ ਮੁੜ ਜਾ। ਤੇਰੇ ਨਾਲ ਅਸੀਂ ਜਿਹੜੇ ਕਰਨ ਡਏ ਆ ਨਾ, ਇਹ ਤੂੰ ਲੇਕਿਨ ਨਹੀਂ ਸਮਝਦਾ ਇਸ ਗੱਲ ਨੂੰ। ਥੱਲੇ ਹੱਥ ਲਾ, ਥੱਲੇ ਕੰਨ ਫੜ ਕੇ ਰੱਖ। ਕੰਨਾਂ ਹੱਥ ਨਹੀਂ ਲਾਣ ਡਿਆ ਤੂੰ, ਕੰਨਾਂ ਦਾ ਹੱਥ ਲਾ, ਥੱਲੇ ਲਾ। 2 ਨੰਬਰੀਆਂ ਤੂੰ ਜਣੀ, ਤੇਰੇ ਵਾਸਤੇ ਇਹੀ ਸਜ਼ਾ ਬਣੀ। ਜਿਹੜਾ ਤੂੰ 20 ਮਿੰਟ ਹੋ ਗਿਆ ਨਾ, ਹੁਣ ਤੂੰ ਕੰਨ ਫੜਿਆ, ਤੇਰੇ ਵਾਸਤੇ ਇਹ ਸਜ਼ਾ ਬੜੀ। ਠੀਕ ਹੋ ਗਿਆ ਨਾ? ਤੂੰ ਬੰਦੇ ਦਾ ਪੁੱਤਰ ਅਗਰ ਬਣ ਜਾਂਦਾ ਉਦੋਂ ਹੀ, ਤੇ ਤੈਨੂੰ ਮੈਂ ਉਦੋਂ ਹੀ ਤੈਨੂੰ ਕੁਛ ਨਹੀਂ ਸੀ ਕਹਿਣਾ ਹੈ। ਉਦੋਂ ਦਾ ਮੈਂ ਤੈਨੂੰ ਕਹਿਣ ਡਿਆ ਵਾਂ, ਉਦੋਂ ਦਾ ਤੈਨੂੰ ਮੈਂ ਕਹਿਣ ਡਿਆ ਵਾਂ ਕਿ ਮੇਰਾ ਪੁੱਤਰ, ਇਹਨਾਂ ਦੀ ਸਜ਼ਾਵਾਂ ਹੋਰ ਨੇ। ਮੈਂ ਜਦੋਂ ਤੈਨੂੰ ਫੜਿਆ ਨਾ, ਆ ਕੰਨ ਤੇ ਪੂਰੇ ਕੰਨ ਤੇ ਹੱਥ ਲਾ, ਹੱਥ ਤੇਰੇ ਕੰਨ ਤੱਕ, ਕੰਨ ਤੱਕ ਤੇਰੇ ਹੱਥ ਜਾਂਦੇ ਕੋ ਨਹੀਂ। ਉਂਝ ਤੂੰ ਭੈਣ ਯਾਰ ਮੇਰੇ ਕੋਲ ਨਹੀਂ ਜੋ, ਮੈਂ ਯਾਰ ਥੋੜੀ ਗਲਤੀ, ਮੈਂ ਲਾਲਚ ਆ ਗਿਆ। ਕਿਹੜੀ ਲਾਲਚ ਆ ਗਿਆ? ਲਾਲਚ ਛੱਡ ਇੱਥੇ, ਥੱਲੇ ਹੋ ਬੈ, ਛੱਡ ਇਹਨੂੰ ਇੱਥੇ।
ਕੀ ਲਾਲਚ ਹੈ? ਉਹ ਯਾਰ ਉਹਨੂੰ ਥੋੜੀ ਲਾਲਚ ਦਿੱਤੀ ਜਾਈ। ਮੇਰੀ ਗੱਲ ਸੁਣ, ਉਦੋਂ ਤੈਨੂੰ ਅਸੀਂ ਸਾਫ਼ ਕੀਤਾ, ਤੇਰਾ ਦਿਲ ਸਾਫ਼ ਕੀਤਾ ਕਿ ਮੇਰੀ ਗੱਲ ਸੁਣ, 2 ਨੰਬਰੀ ਕੰਮ ਦੇ ਵਿੱਚ ਕੋਈ ਇੱਕ ਜ਼ਰਾ ਦੇ ਬਰਾਬਰ ਵੀ ਨਾ ਉਹਦੇ 'ਚ ਫਾਇਦਾ ਨਹੀਂ ਹੈ। ਤੂੰ ਫੇਰ ਲਾਲਚ ਦੇ ਵਿੱਚ ਆ ਕੇ ਕਿ ਮੈਂ ਮਤਲਬ ਪਤਾ ਨਹੀਂ ਤੈਨੂੰ ਉਹਨੇ ਕੀ ਦੇ ਦੇਣਾ ਫਿਰ ਇਹ ਤਾਂ ਮੰਨਿਆ ਨਾ ਤੂੰ 2 ਨੰਬਰੀ ਸਾਡੇ ਨਾਲ ਕੀਤੀ। ਯਾਰ ਮੇਰੇ ਕੋਲ ਤੈਨੂੰ ਦੱਸਣ ਦੇ ਲਾਲਚ ਉਹਨੇ ਦਿੱਤਾ, ਉਹਨੇ ਕਿ ਥੋੜਾ ਜਿਹਾ ਮੈਂ ਸੋਨਾ ਤੈਨੂੰ ਦਾਂਗਾ, ਉਹ ਤਾਂ ਕਰਕੇ ਲਾਲਚ ਆ। ਯਾਰ ਮੈਂ ਮਾਫੀ ਮੰਗਣਾ ਤੇ ਕਦੀ ਸੁਣੀ ਯਾਰ ਠੀਕ ਹੈ ਮੇਰੇ ਮਾਫ ਕਰ ਦੇ, ਮੈਂ ਤੇਰੇ ਗੋਡੇ ਯਾਰ ਤੂੰ ਹੱਥ ਨਾ ਠੀਕ ਹੈ ਯਾਰ, ਅੱਗੇ ਵਾਸਤੇ ਮੈਂ ਨਹੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਹੋਏਗੀ ਤੁਹਾਡੇ ਅੱਗੇ ਸ਼ੇਅਰ ਮੈਂ ਕਰਾਂਗਾ, ਤੁਹਾਨੂੰ ਦੱਸਾਂਗਾ। ਮੈਨੂੰ ਹੁਣ ਦੀ ਮਾਫੀ ਚ ਦਿਓ, ਆ ਤੇਰੇ ਮੈਂ ਗੋਡੇ ਨਾਲ ਹੱਥ। ਮੇਰੀ ਗੱਲ ਸੁਣ, ਤੈਨੂੰ ਪਤਾ ਕਿ ਅਸੀਂ ਤੇਰੇ ਵਾਸਤੇ ਕੀ ਸੋਚਿਆ ਸੀ? ਵੱਲਾ ਬਿੱਲਾ ਮੇਰੇ ਜ਼ਿਹਨ ਦੇ ਵਿੱਚ ਇਹੀ ਸੀ, ਮੈਂ ਕਿਹਾ ਯਾਰ ਇੱਕ ਸਾਡੀ ਕਾਰ ਗਈ ਹੈ, ਕਾਰ ਦਾ ਵੀ ਇਹੀ ਕੇਸ ਕਰਾਇਆ, ਸਾਨੂੰ ਕਾਰ ਜਿਸ ਤਰ੍ਹਾਂ ਵੀ ਲੱਭੇਗੀ ਨਾ, ਆ ਜਿਹੜਾ ਬਕਾਇਆ ਸੋਨਾ ਬੱਚਿਆਂ ਨੇ ਇਹਨੂੰ ਦੇ ਛੜਾਂਗੇ, ਬਣਦਾ ਵੀ ਉਹ ਤੇਰਾ ਹੀ, ਇਹਨੂੰ ਦੇ ਛੜਾਂਗੇ ਯਾਰ ਆਪਣੇ ਘਰ ਦਾ, ਜਿਵੇਂ ਵੀ ਸਾਡੇ ਨਾਲ ਰਹਿਣਾ ਚਾਹੇ ਤੇ ਇਹਦੀ ਮਰਜ਼ੀ, ਨਾ ਰਹਿਣਾ ਚਾਹੇ ਤੇ ਆਪਣਾ ਘਰ ਜਾ ਕੇ ਜਿੱਥੇ ਵੀ ਇਹਦਾ ਪਿੱਛੇ ਹੈ ਵੇ ਉੱਥੇ ਆਪਣਾ ਇਹ ਰਹਿ ਬਹਿ ਸਕਦਾ, ਕੋਈ ਕੁਲੀ ਬਣਾ ਲਏਗਾ ਤੇ ਆਪਣਾ ਵਿਚਾਰਾ ਗੁਜ਼ਾਰਾ ਕਰੇਗਾ। ਲੇਕਿਨ ਤੂੰ ਸਾਡੇ ਨਾਲ ਉਹ ਕੀਤੀ ਹੈ ਜਿਹੜੇ ਭੈਣ ਚੋਦਾ ਉਹ ਬੰਦੇ ਵੀ ਨਹੀਂ ਕਰਦੇ ਕਿ ਅਸੀਂ ਤੇਰੇ ਨਾਲ ਬਿਠਾਇਆ, ਖਵਾਇਆ, ਸਾਰਾ ਕੁਝ ਕੀਤਾ। ਮੈਨੂੰ ਉਹੀ ਰਾਤ ਦੇ ਦਿਲ ਦੇ ਵਿੱਚ ਇਹੀ ਗੱਲ ਮਤਲਬ ਸਤਾਨ ਡਈ ਹੈ ਕਿ ਜਦੋਂ ਭੈਣ ਚੋਦਾ ਤੂੰ ਸਾਡੇ ਨਾਲ ਦਾ ਠੀਕ ਹੈ, ਫਿਰ ਤੂੰ ਸਾਡੇ ਰੌਲਾ ਕਿਉਂ ਨਹੀਂ ਪਾਇਆ? ਇਹ ਤਾਂ ਗੱਲ ਤਾਂ ਹੋਣ ਦਾ ਸੀ ਕਿ ਤੂੰ ਲਾਲਚ ਦੇ ਵਿੱਚ ਆ ਗਿਆ, ਲਾਲਚ ਦੇ ਵਿੱਚ ਦੁਬਾਰਾ ਵੀ ਜ਼ਿੰਦਗੀ ਦੇ ਵਿੱਚ ਅੱਗੇ ਵੀ ਤੂੰ ਲਾਲਚਾਂ ਦੇ ਵਿੱਚ ਕੰਮ ਕਰਦਾ ਰਿਹਾ, ਹੁਣ ਵੀ ਤੂੰ ਲਾਲਚ ਦੇ ਵਿੱਚ ਆਇਆ, ਇਹਦੇ 'ਚ ਤੈਨੂੰ ਕੀ ਮਿਲਿਆ ਦੱਸ ਮੈਨੂੰ? ਕੋਈ ਹੈ ਫਾਇਦਾ ਇਹਦੇ 'ਚ? ਯਾਰ ਮੈਨੂੰ ਕੀ ਮਿਲਿਆ? ਕੋਈ ਸ਼ਾ ਨਹੀਂ। ਉਹ ਲਾਲਚ ਜੋ ਉਹ ਬਗੈਰ ਦਾ ਬੱਚਾ ਲੈ ਕੇ ਸਮਾਨ ਨਿਕਲ ਗਿਆ। ਮੈਂ ਤੁਹਾਡੇ ਕੋਲ ਮੈਂ ਹੀ ਲਾਲਚ ਹੋ ਗਿਆ। ਹਾਂ ਵੀ ਉਹਨੇ ਆਖਿਆ ਤਾਂ ਕੋਈ ਤੈਨੂੰ ਦੇ ਦਿਆਂਗਾ, ਮੈਂ ਤਾਂ ਕਰਕੇ ਉੱਠੀ ਜਾ। ਤੂੰ ਇੰਤਜ਼ਾਰ ਤੇ ਕਰਦਾ ਕਿ ਪਤਾ ਨਹੀਂ ਯਾਰ ਇਹ ਬੰਦੇ ਜਿਹਨੇ ਮੇਰੇ ਨਾਲ ਟੁਰੀ ਫਿਰਦੇ ਮੇਰੇ ਨਾਲ, ਇਹਨਾਂ ਮੇਰੇ ਬਾਰੇ ਕੀ ਸੋਚਿਆ। ਤੂੰ ਕਮ ਸੇ ਕਮ ਇਹ ਗੱਲ ਸੋਚਦਾ ਨਾ ਤੇ ਇਸ ਟਾਈਮ ਤੈਨੂੰ ਨਾ ਤੈਨੂੰ ਕੰਨ ਫੜਾ ਕੇ ਕੁੱਟਣ ਡਿਆ ਨਾ ਹੁੰਦਾ ਮੈਂ, ਉਹ ਤੈਨੂੰ ਸਿਰਫ ਮਤਲਬ ਜ਼ੋਰ ਜ਼ਬਰਦਸਤੀ ਕਰਦੇ ਨੇ। ਲੇਕਿਨ ਅਗਰ ਮੇਰੀ ਗੱਲ ਇੱਕ ਜ਼ਿਹਨ 'ਚ ਸੋਚ ਲੈ ਹੁਣ, ਅੱਛਾ ਚਲੋ ਦੂਸਰੀ ਗੱਲ ਇਹ ਵੇ, ਹੁਣ ਤੈਨੂੰ ਇਹ ਵੀ ਨਹੀਂ ਪਤਾ ਹੋਣਾ ਕਿ ਉਹ ਲਾਹੌਰ ਕਿਹੜੀ ਜਗ੍ਹਾ 'ਤੇ ਆ, ਠੀਕ ਹੈ। ਦੂਸਰੇ ਨੰਬਰ 'ਤੇ ਕੋਈ ਉਸ ਬੰਦੇ ਨੇ ਮੌਸਮ ਦੇ ਬਾਰੇ ਗੱਲ ਕੀਤੀ ਹੈ, ਕੋਈ ਇਨਫੋਰਮੇਸ਼ਨ ਦਿੱਤੀ ਉਹਨੇ ਤੈਨੂੰ, ਕੋਈ ਆਪਸ ਦੇ ਵਿੱਚ ਮੈਨੂੰ ਸਿੱਧੀ ਗੱਲ ਦੱਸ ਦੇ, ਮੈਂ ਟੰਬਿਆ ਨਾ ਤੇਰੀ ਮੈਂ ਖਾਤਰ ਕਰਨੀ ਨਾ ਕਿ ਜਿਹੜਾ ਤੂੰ ਰਹੇ ਰੱਬ ਦਾ ਯਾਦ ਨਾ ਕਰੇਗਾ। ਮੈਨੂੰ ਇਸ ਟਾਈਮ ਸਭ ਤੋਂ ਮੇਨ ਚੀਜ਼ ਦੀਲਾ ਲੱਭ ਗਿਆ। ਹੁਣ ਇਸ ਟਾਈਮ ਹੁਣ ਦੱਸਣਾ ਮੈਂ ਤੈਨੂੰ ਆਹ ਟੰਬੇ ਨਾਲ ਸਿੱਧਾ ਕਰਨਾ, ਜਿਹੜੀ ਗੱਲ ਹੈ ਮੈਨੂੰ ਸਿੱਧੀ ਚੀਜ਼ ਦੱਸ ਦੇ ਕਿ ਉਹਨੇ ਮੌਸਮ ਦੇ ਬਾਰੇ 'ਚ ਤੇਰੇ ਨਾਲ ਕੀ ਗੱਲ ਕੀਤੀ ਜਾਂ ਕੀ ਨਹੀਂ ਗੱਲ ਕੀਤੀ, ਕਿਉਂਕਿ ਮੱਝਾਂ ਦੀ ਭੈਣਾਂ ਹੁੰਦੀਆਂ ਨੇ, ਮੈਨੂੰ ਪਤਾ ਤੁਸੀਂ ਭੈਣ ਯੱਕ ਬੰਦੇ ਹੋ, ਤੈਨੂੰ ਕੋਈ ਨਾ ਕੋਈ ਗੱਲ ਦੱਸ ਕੇ ਗਿਆ ਹੋਣਾ, ਐਵੇਂ ਤੂੰ ਸਾਡੇ ਨਾਲ ਨਹੀਂ ਹੈ। ਅਗਰ ਉਹ ਚਾਹੁੰਦਾ ਵੀ ਤੇ ਤੈਨੂੰ ਮੋਢੇ ਚੁੱਕ ਕੇ ਲੈ ਜਾਂਦਾ, ਇਹਦੇ ਵਿੱਚ ਵੀ ਕੋਈ ਨਾ ਕੋਈ ਰਾਜ਼ ਦੀ ਗੱਲ ਹੈ ਵੇ ਜਿੱਦ ਤੱਕ ਮੇਰਾ ਜ਼ਿਹਨ ਕੰਮ ਕਰਦਾ। ਯਾਰ ਅਦੀਲ ਆਪਣਾ ਮੌਸਮ ਆਪਣਾ ਸਮੀ ਭਾਈ ਉਹ ਜਾਣ ਲੱਗਿਆ, ਮੈਨੂੰ ਥੋੜੀ ਜਿਹੀ ਗੱਲ ਕਰ ਗਿਆ, 2 ਗੱਲਾਂ। ਉਹਨੇ ਆਖਿਆ ਬਈ ਮੈਂ ਇੱਥੋਂ ਜਾਣ ਲੱਗਾ ਲਾਹੌਰ, ਠੀਕ ਹੈ। ਅੱਛਾ, ਬਹਾਦਰ ਖਾਨ ਦੇ ਉੱਤੇ ਜਿਹੜਾ ਡੇਰਾ ਹੈ ਲਾਹੌਰ ਪਹਿਲੇ ਵਾਲਾ, ਉਹ ਤਾਂ ਨਾਲੇ ਕੱਲ ਕਹਿ ਰਿਹਾ ਸੀ ਕਿ ਬਹਾਦਰ ਖਾਨ ਨੂੰ ਮੈਂ ਛੱਡ ਕੇ ਆ ਗਿਆ ਫਲਾਣ ਟਮਕਾਣ, ਉਹ ਫਿਰ ਕੀ ਕਰ ਰਿਹਾ? ਉਹ ਐਵੇਂ ਤੁਹਾਡੇ ਨਾਲ ਕਰ ਰਿਹਾ ਸੀ। ਬਹਾਦਰ ਖਾਨ ਦੀ ਸਿਆਸਤ ਹੈਗੀ ਬੰਦਾ ਤੁਹਾਨੂੰ ਦੇ ਕੇ ਤੇ ਸਮਾਨ ਲੈਣ ਦੀ। ਅੱਛਾ ਠੀਕ ਹੈ, ਉਹ ਬੰਦਾ ਤੁਹਾਨੂੰ ਦੇ ਦਿੱਤਾ ਹੈ ਬੰਦਾ। ਜਦੋਂ ਅਸੀਂ ਬਹਾਦਰ ਖਾਨ ਨੂੰ ਕਹਿ ਰਹੇ ਸੀ ਕਿ ਤੂੰ ਸਾਨੂੰ ਸਮਾਨ ਲੈ ਲਾ ਤੇ ਬੰਦਾ ਦੇ, ਫਿਰ ਉਹਨੇ ਇਹ ਭੈਣ ਜੀ ਕਿਉਂ ਕੀਤੀ ਆ, ਪ੍ਰੋਪਗੈਂਡਾ ਕਿਉਂ ਖੇਡਿਆ? ਉਹ ਤਾਂ ਕਰਕੇ ਖੇਡਿਆ ਸੋ ਹਾਂ ਵੀ ਪਤਾ ਚੱਲ ਜਾਏਗਾ ਸਮਾਨ ਦਾ ਵੀ, ਬੰਦਾ ਤੁਹਾਡਾ ਪਹੁੰਚ ਜਾਏਗਾ। ਪਿੱਛੇ ਜਿਹੜਾ ਤੁਹਾਡਾ ਬੰਦਾ ਲੋਕੇਸ਼ਨ ਪਿੱਛੇ ਗਿਆ ਸੀ ਮੌਸਮ ਤੁਹਾਡਾ ਬੰਦਾ, ਉਹ ਮੌਸਮ ਉਤੋਂ ਸਿੰਧ ਚੋਂ ਛਿੱਕ ਕੇ ਉਹ ਜਗ੍ਹਾ ਤੋਂ ਅਸੀਂ ਸਿੰਧ ਚ ਤਾਂ ਹੈ ਹੀ ਨਹੀਂ, ਸਿੰਧ ਚੋਂ ਕਿਤੋਂ ਖਿੱਚ ਕੇ ਲੈ ਕੇ ਨਾ ਅਸੀਂ ਤੇ ਹੈ ਬਲੋਚਿਸਤਾਨ ਦੇ ਵਿੱਚ। ਫਿਰ ਤੇਰੇ ਮੈਂ ਚੰਡ ਮਾਰਾਂ ਤੂੰ ਭੈਣ ਚੋਦਾ ਕੋਈ ਨਵੀਂ ਗੱਲ ਦੱਸਣ ਲੱਗ ਪੈਣਾ ਤੂੰ ਵਿੱਚ। ਯਾਰ ਉਹ ਬਲੋਚਿਸਤਾਨ ਯਾਰ ਮੈਂ ਤੈਨੂੰ ਕਹਿੰਦਾ ਸੌਰੀ ਯਾਰ, ਬਲੋਚਿਸਤਾਨ ਤੋਂ ਛਿੱਕ ਕੇ ਲੈ ਕੇ ਲਾਹੌਰ ਲੈ ਗਏ ਨਾ ਬਹਾਦਰ ਖਾਨ ਦਾ। ਲਾਹੌਰ ਕਿਹੜਾ ਡੇਰਾ ਆ ਗਿਆ ਯਾਰ? ਮੈਂ ਤੈਨੂੰ ਦੱਸਣਾ, ਮੈਨੂੰ ਸਿੱਧੀ ਗੱਲ ਦੱਸ, ਇਹ ਚਵਲਾਂ ਵਿੱਚ ਨਾ ਮਾਰ। ਮੈਂ ਡੇਰੇ ਦਾ ਹੁੰਦਾ ਨਹੀਂ ਪਤਾ, ਜਿਹੜਾ ਇੱਥੋਂ ਗਿਆ ਬੰਦਾ ਉਹਨੇ ਆਖਿਆ ਲਾਹੌਰ ਬੰਦਾ ਸ਼ਿਫਟ ਕਰ ਦਿੱਤਾ, ਪਤਾ ਨਹੀਂ ਕਿਹੜੀ ਜਗ੍ਹਾ ਨੇ ਸ਼ਿਫਟ ਕੀਤਾ ਨੇ ਮੌਸਮ ਨੂੰ। ਯਾਨੀ ਕਿ ਤੇਰੇ ਬਕੌਲ ਗੱਲ ਕਰਨ ਦਾ ਮਕਸਦ ਇਹ ਵੇ ਕਿ ਵੀਵਰਸ ਇਹ ਗੱਲ ਕਰਨ ਡਿਆ ਕਿ ਉਹਨੇ ਬੰਦਾ ਆਪਣੀ ਮਰਜ਼ੀ ਦੇ ਨਾਲ ਸਾਡੇ ਕੋਲ ਭੇਜਿਆ ਅਦੀਲ ਨੂੰ ਔਰ ਬੰਦੇ ਨੂੰ, ਤਾਂ ਕਿ ਸਾਡੇ ਕੋਲ ਸਮਾਨ ਲੈ ਕੇ ਉਹ ਚਲਾ ਜਾਏ, ਤੇ ਜਿਹੜਾ ਮੌਸਮ ਸਾਡਾ ਬੰਦਾ ਉਹਦੇ ਕੋਲ ਗਿਆ ਉਹਨੇ ਉਹ ਗ੍ਰਿਫਤ ਕਰ ਲਿਆ। ਹੁਣ ਸਾਡੇ ਕੋਲ ਉਹ ਇਹ ਵੱਖਰੀ ਡਿਮਾਂਡ ਕਰੇਗਾ ਮੌਸਮ ਦੀ, ਐ ਤੂੰ ਗੱਲ ਕਰਨ ਡਿਆ? ਇਹ ਹੁੰਦੀ ਸਿਆਣ ਡਿਮਾਂਡ ਵਾਲੀ ਗੱਲ ਏ। ਕਿਹੜੀ ਹੁੰਦੀ? ਬਹਾਦਰ ਖਾਨ ਦੀ। ਯਾਨੀ ਕਿ ਉਹ ਤੈਨੂੰ ਸਾਰੀ ਗੱਲਾਂ ਦੱਸ ਗਿਆ ਤੇ ਲੇਕਿਨ ਤੈਨੂੰ ਨਹੀਂ ਨਾਲ ਲੈ ਗਿਆ। ਇਹਦੇ ਵਿੱਚ ਵੀ ਕੋਈ ਨਾ ਕੋਈ ਗੱਲ ਹੋਣੀ ਹੈ ਕਿ ਤੈਨੂੰ ਉਹ ਕਿਉਂ ਨਹੀਂ ਨਾਲ ਲੈ ਗਿਆ। ਇਹਦੇ ਵਿੱਚ ਵੀ ਕੋਈ ਨਾ ਕੋਈ ਰਾਜ਼ ਦੀ ਗੱਲ ਹੈ ਵੀ ਅਗਰ ਉਹ ਚਾਹੁੰਦਾ ਸਹੀ ਤੈਨੂੰ ਨਾਲ ਲੈ ਕੇ ਜਾ ਸਕਦਾ ਸੀ। ਇਹਦੇ 'ਚ ਵੀ ਸ਼ਾਮਲ ਜਾਂ ਉਹ ਬੰਦਾ ਤੂੰ ਸਾਡੀਆਂ ਗੱਲਾਂ ਤੂੰ ਬਹਾਦਰ ਖਾਨ ਨੂੰ ਦੱਸਣਾ ਜਾਂ ਅੱਲਾ ਬਿਹਤਰ ਜਾਣਦਾ ਕਿ ਕੀ ਹੋ ਰਿਹਾ। ਇਸ ਚੀਜ਼ ਦਾ ਮੈਨੂੰ ਕੋਈ ਸਮਝ ਨਹੀਂ ਆ ਰਹੀ। ਸਭ ਤੋਂ ਪਹਿਲੇ ਤੈਨੂੰ ਟੰਗਣਾ ਪੈਣਾ, ਉਸ ਤੋਂ ਬਾਅਦ ਅਸੀਂ ਕਿਸੇ ਬੰਦੇ ਦੇ ਮੱਥੇ ਲੱਗ ਸਕਦੇ ਹਾਂ ਕਿ ਸਾਡਾ ਮਸਲਾ ਹੱਲ ਹੋ ਸਕਦਾ ਹੈ। ਯਾਰ ਭਾਈ ਸਮੀ ਤੁਸੀਂ ਭਾਵੇਂ
ਜੋ ਮਰਜ਼ੀ ਮੇਰੇ ਨਾਲ ਕਰ ਵੀ ਲੋ ਨਾ, ਮੈਂ ਤੁਹਾਨੂੰ ਸਿੱਧੀ ਗੱਲ ਉਹ ਦੱਸੀ। ਤੇਰੇ ਨਾਲ ਕੀ ਕਰ ਲਵਾਂ, ਤੈਨੂੰ ਮੈਂ ਕੁੱਟ ਕੇ ਵੇਖ ਲਿਆ, ਮਾਰ ਕੇ ਵੇਖ ਲਿਆ, ਤੂੰ ਐਸਾ ਕੋਈ ਭੈਣ ਜਿਹਾ ਇੱਕ ਬੰਦਾ ਹੈ, ਤੂੰ ਕਦੇ ਇਧਰਲੇ ਸਾਈਡ ਤੇ ਹੋ ਜਾਣਾ, ਤੂੰ ਕਦੇ ਇਧਰਲੇ ਸਾਈਡ ਤੇ ਹੋ ਜਾਣਾ, ਤੇਰੇ ਇੱਕ ਤਾਂ ਕਿਨਾਰੇ ਹੀ ਕੋਈ ਨਹੀਂ, ਐਸਾ ਕੋਈ ਹਰਾਮਦਾ ਤੂੰ। ਬਾਕੀ ਗੱਲ ਰਹਿ ਗਈ ਮੇਰੀ, ਅੱਲਾ ਖੈਰ ਕਰੇ ਵੀਵਰਸ, ਇਨਸ਼ਾਅੱਲਾ ਜਿਸ ਤਰ੍ਹਾਂ ਵੀ ਮਤਲਬ ਉਹ ਸਭ ਤੋਂ ਪਹਿਲੇ ਤਾਂ ਉਹ ਬੰਦੇ ਨੂੰ ਫੜਨੇ ਆ ਜਿਹੜਾ ਬੰਦਾ ਸਾਡੇ ਆਇਆ ਸੀ, ਸ਼ਾਇਦ ਉਹ ਪੰਜਾਬ ਚਲੇ ਗਿਆ, ਜਿਵੇਂ ਵੀ ਸਾਡਾ ਹੁਣ ਕੱਲ ਦਾ ਸਫ਼ਰ ਹੋਏਗਾ ਇੱਥੋਂ ਜਾਣ ਦਾ, ਤਾਂ ਕਿ ਇੱਥੋਂ ਨਿਕਲੀਏ। ਮੌਸਾ ਨਾਲ ਕੋਈ ਰਾਬਤਾ ਨਹੀਂ ਹੋ ਰਿਹਾ। ਹੁਣ ਸਭ ਤੋਂ ਪਹਿਲੇ ਮੈਂ ਰਾਤੀ ਜਿਵੇਂ ਰਿਪੋਰਟ ਕਰਾਈ ਸੀ ਥਾਣੇ 'ਚ, ਉਹਨਾਂ ਕਿਹਾ ਸੀ ਕਿ ਮੈਂ ਅਸੀਂ ਲੋਕੇਸ਼ਨ ਟਰੇਸ ਕਰਕੇ ਤੁਹਾਨੂੰ ਦੱਸਾਂਗੇ ਕਿ ਮੌਸਮ ਕਿਹੜੀ ਜਗ੍ਹਾ ਤੇ ਆ, ਉਸ ਤੋਂ ਬਾਅਦ ਹੀ ਜਾ ਕੇ ਉੱਥੇ ਕੋਈ ਨਾ ਕੋਈ ਹੱਲ ਹੋਏਗਾ। ਬਾਕੀ ਇਨਸ਼ਾਅੱਲਾ ਮੇਰੇ ਨੈਕਸਟ ਵਲੋਗ 'ਚ ਇਹ ਬੰਦੇ ਨੂੰ ਤੁਸੀਂ ਦੱਸਣਾ ਹੈ ਕਿ ਭੈਣ ਯਕ ਨੂੰ ਤੁਸੀਂ ਜਿਹੜੇ ਬੰਦੇ ਆਉਂਦੇ ਹੋ ਨਾ ਵੱਲਾ ਬਿੱਲਾ ਤੁਸੀਂ ਸਹੀ ਆਉਂਦੇ ਹੋ ਕਿ ਇਸ ਬੰਦੇ ਨੂੰ ਉਹ ਸਜ਼ਾ ਦੇਣੀ ਚਾਹੀਦੀ ਹੈ, ਪੁਲਿਸ ਦੇ ਹਵਾਲੇ ਕਰਨਾ ਚਾਹੀਦਾ। ਲੇਕਿਨ ਇਹਨੂੰ ਹੁਣ ਪੁਲਿਸ ਮਤਲਬ ਸਜ਼ਾ ਨਹੀਂ ਦੇਗੀ, ਇਹਨੂੰ ਸਜ਼ਾਵਾਂ ਮੈਂ ਦੇਵਾਂਗਾ ਔਰ ਇਹ ਪੂਰੀ ਇਹਨਾਂ ਦੀ ਨਸਲ ਯਾਦ ਕਰੇਗੀ ਕਿ ਐਵੇਂ ਹੁੰਦਾ ਅੱਜ ਥੋੜ੍ਹਾ ਜਿਹਾ ਟਾਰਚਰ ਕੀਤਾ ਨਾ, ਕੱਲ ਸਹੀ ਅਗਰ ਇਸ ਬੰਦੇ ਨੇ ਸਾਡੇ ਨਾਲ ਇਵੇਂ ਕਰਨਾ ਸੀ ਨਾ ਤੇ ਤੁਹਾਡੀ ਗੱਲ ਮੈਨੂੰ ਮੰਨ ਲੈਣੀ ਚਾਹੀਦੀ। ਬਾਕੀ ਮਿਲਨੇ ਇਨਸ਼ਾਅੱਲਾ ਨੈਕਸਟ ਵਲੋਗ 'ਚ। ਅੱਲਾ ਹਾਫਿਜ਼।